ਚੰਡੀਗੜ੍ਹ ਤੋਂ ਲੈ ਕੇ ਅੰਮ੍ਰਿਤਸਰ ਤੁਸੀਂ ਮੈਨੂੰ ਲੱਗਦਾ ਕਿ ਸਭ ਤੋਂ ਗੰਦਾ ਸ਼ਹਿਰ ਖੰਨਾ ਹੀ ਹੋਣਾ। ਮੈਂ ਇਸ ਸ਼ਹਿਰ ਦੇ ਵਾਸਤੇ ਕੁਝ ਕਰਨਾ ਚਾਹੁੰਦੀ ਹਾਂ, ਕਰਾਂਗੇ ਤਾਂ ਹੀ ਅਗਰ ਅਥਾਰਟੀ ਹੋ ਕੋਈ ਪਾਰ ਹੋਗੀ। ਤੁਹਾਨੂੰ ਪਤਾ ਹੀ ਆ ਕਿ ਵਿਦਆਊਟ ਅਥਾਰਟੀ ਵਿਦਆਊਟ ਅ ਪਾਰ ਆਪਾਂ ਕੁਝ ਨਹੀਂ ਕਰ ਸਕਦੇ। ਈਵਨ ਮੈਨੂੰ ਆਪਣੇ ਵਾਰਡ ਵਿੱਚ ਸੀਵਰੇਜ ਪਾਉਣ ਵਾਸਤੇ ਹਾਈ ਕੋਰਟ 'ਚ ਅਪੀਲ ਕਰਨੀ ਪਈ ਸੀ। ਬਾਦਲ ਸਾਹਿਬ ਜੋ ਅਨਾਉਂਸ ਕਰ ਦੇਣਗੇ ਉਹ ਹੋਣਾ ਹੀ ਹੋਣਾ ਹੈ, ਜੋ ਕਹਿਤਾ ਤਾਂ ਉਹਨਾਂ ਨੇ ਕਰਨਾ ਹੀ ਕਰਨਾ ਹੈ। ਸੋ ਪਬਲਿਕਲੀ ਉਹਨਾਂ ਨੇ ਅਨਾਉਂਸ ਕੀਤਾ ਸੀ ਕਿ ਖੰਨੇ ਨੂੰ ਜ਼ਿਲ੍ਹਾ ਬਣਾਇਆ ਜਾਊਗਾ ਅਤੇ ਜ਼ਿਲ੍ਹੇ ਦੇ ਨਾਲ ਤੁਹਾਨੂੰ ਪਤਾ ਹੀ ਆ ਕਿ ਹੋਰ ਜਿੰਨੀਆਂ ਵੀ ਫੈਸਿਲਿਟੀਜ਼ ਹੁੰਦੀਆਂ ਨੇ, ਮੈਡੀਕਲ ਕਾਲਜ, ਹੌਸਪੀਟਲ, ਇੰਡਸਟਰੀ ਆਉਂਦੀ ਹੈ, ਇਹ ਸਾਰਾ ਕੁਝ ਸ਼ਹਿਰ ਵਾਸਤੇ ਲੈ ਕੇ ਆਵਾਂਗੇ ਕਿ ਅਸੀਂ ਆਪਣੀ ਇਮਾਨਦਾਰੀ ਦੇ ਸਿਰ 'ਤੇ, ਆਪਣੀ ਓਨੈਸਟੀ ਦੇ ਸਿਰ 'ਤੇ ਵੋਟਾਂ ਮੰਗ ਰਹੇ ਹਾਂ। ਇਹ ਨਹੀਂ ਕਹਿੰਦੀ ਕਿ ਕੋਟਲੀ ਸਾਹਿਬ ਮੰਗੂ ਕਿ ਮੇਰੇ ਦਾਦਾ ਜੀ ਨੇ ਇਹ ਕੀਤਾ, ਉਹਨਾਂ ਦੀ ਸ਼ਹਾਦਤ ਦੇ ਸਿਰ 'ਤੇ ਵੋਟ ਪਾ ਦਿਓ ਜਾਂ ਉਹਦੇ ਸਿਰ 'ਤੇ ਵੋਟ ਪਾ ਦਿਓ। ਅਸੀਂ ਇਹ ਕਹਿ ਰਹੇ ਹਾਂ ਕਿ ਅਸੀਂ ਅੱਜ ਤੱਕ ਜੋ ਕੀਤਾ, ਤੁਸੀਂ ਸਾਡੀ ਬੈਕਗਰਾਊਂਡ ਚੈੱਕ ਕਰੋ। 20 ਸਾਲ ਹੋ ਗਏ ਸਾਡੇ ਘਰ 'ਚ ਸਰਪੰਚੀ ਐਂਡ ਸੈਕਿੰਡ ਟਰਮ ਆ ਮੇਰੀ, ਮੈਂ ਮਿਊਨਸੀਪਲ ਕਮੇਟੀ ਦੀ ਮੈਂਬਰ ਹਾਂ। ਅੱਜ ਤੱਕ ਕੋਈ ਵੀ ਨਹੀਂ ਕਹਿ ਸਕਦਾ ਕਿ ਅਸੀਂ ਕਿਸੇ ਚੀਜ਼ 'ਚ ਮਤਲਬ ਆਪਣੇ ਆਪ ਨੂੰ ਪ੍ਰਾਇਓਰਿਟੀ ਦਿੱਤੀ ਆ, ਲੋਕਾਂ ਨੂੰ ਪ੍ਰਾਇਓਰਿਟੀ ਦਿੱਤੀ ਆ। ਉਹਨਾਂ ਦੇ ਕੋਈ ਵੀ ਕੰਮ ਹੁੰਦਾ ਸੋ ਉਹਦੇ ਅਕੋਰਡਿੰਗ ਅਸੀਂ ਕਹਿੰਦੇ ਹਾਂ ਕਿ ਅਗਰ ਅਸੀਂ ਕਮਿਟਮੈਂਟ ਕੀਤੀ ਆ ਤਾਂ ਇਟ ਵੁੱਡ ਬੀ ਫੁਲਫਿਲਡ ਐਟ ਐਨੀ ਕੋਸਟ, ਨਾਟ ਈਵਨ ਅ ਸਿੰਗਲ ਟਾਈਮ। ਕਦੀ ਕਿਹਾ ਹੀ ਨਹੀਂ ਕਿ ਮੇਰੇ ਸ਼ਹਿਰ ਵਾਸਤੇ ਮੈਨੂੰ ਇਹ ਚੀਜ਼ ਚਾਹੀਦੀ ਆ। ਅਗਰ ਵਿਕਾਸ ਕੀਤਾ ਹੈ ਤਾਂ ਸਿਰਫ ਆਪਣਾ ਕੀਤਾ ਹੈ, ਆਪਣੀ ਪ੍ਰਾਪਰਟੀ ਦਾ। ਜਿਹੜਾ ਬੰਦਾ ਅੱਜ ਤੋਂ 10 ਸਾਲ ਪਹਿਲਾਂ ਇੱਕ ਲੋਨ ਲੈ ਕੇ ਇਲੈਕਸ਼ਨ ਲੜਿਆ ਸੀ ਤੇ ਤੁਸੀਂ ਕੰਪੈਰੀਜ਼ਨ ਕਰਕੇ ਦੇਖੋ ਅੱਜ ਉਹਨਾਂ ਦੀ ਪ੍ਰਾਪਰਟੀ ਕੀ ਆ ਤੇ 10 ਸਾਲ ਪਹਿਲਾਂ ਪ੍ਰਾਪਰਟੀ ਕੀ ਸੀ। ਤੁਸੀਂ ਆਪਣੇ ਆਪ ਦੇਖ ਲਓ ਚੰਡੀਗੜ੍ਹ ਪ੍ਰਾਪਰਟੀ ਕਿੰਨੀ ਆ ਤੇ ਹੁਣ ਆਪਣਾ ਘਰ ਦੇਖ ਲਓ ਉਹਨਾਂ ਦਾ। ਇਹ ਸਾਰਾ ਖੰਨੇ ਦੇ ਲੋਕਾਂ ਦਾ ਪੈਸਾ ਏ, ਸਭ ਦਾ ਰਾਈਟ ਆ, ਸਾਰਿਆਂ ਦਾ ਹੱਕ ਆ ਜਿਹੜਾ ਉਹਨਾਂ ਨੇ ਆਪਣੇ ਘਰ 'ਤੇ ਜਾਂ ਆਪਣੀ ਪ੍ਰਾਪਰਟੀ 'ਤੇ ਲਾਇਆ ਹੋਇਆ। ਕੋਟਲੀ ਸਾਹਿਬ ਦਾ ਪਹਿਲਾਂ ਆਪਣਾ ਸ਼ੇਅਰ ਹੁੰਦਾ। ਤੁਸੀਂ ਇਹ ਸੋਚੋ ਕਿ ਪਹਿਲਾਂ ਆਪਣਾ ਸ਼ੇਅਰ ਲੈਣਾ, ਉਸ ਤੋਂ ਬਾਅਦ ਜਦੋਂ ਇੱਕ ਲੀਡਰ ਕਹੂਗਾ ਕਿ ਮੈਨੂੰ ਸ਼ੇਅਰ ਚਾਹੀਦਾ ਤਾਂ 10 ਬੰਦੇ ਡੈਫੀਨੇਟਲੀ ਹੋਰ ਮੰਗਣਗੇ ਕਿ ਅਗਰ ਤੂੰ ਲੈਣਾ ਤਾਂ ਮੈਨੂੰ ਵੀ ਚਾਹੀਦੇ ਨੇ। ਇੱਥੇ ਅਗਰ ਅਸੀਂ ਕਹਾਂਗੇ ਕਿ ਅਸੀਂ ਲੈਣਾ ਨਹੀਂ ਤਾਂ ਸਾਡੇ ਤੋਂ ਕੋਈ ਮੰਗ ਕਿਵੇਂ ਲਊਗਾ? 2 ਮਹੀਨੇ ਤਾਂ ਤੁਸੀਂ ਇਹ ਦੇਖੋ ਕਿ ਅਸੀਂ ਆਪਣੀ ਪੋਕਟ 'ਚੋਂ ਆਪਣੇ ਘਰ ਤੋਂ ਸਟਾਰਟ ਕੀਤਾ ਸੀਗਾ। ਗੁਰਦੁਆਰਿਆਂ 'ਚ ਲੰਗਰ ਬਣਦਾ ਹੁੰਦਾ ਸੀ ਔਰ ਯਾਦੂ ਜੀ ਹਰ ਥਾਂ 'ਤੇ ਜਾ ਕੇ, ਮੀਨਸ ਇਹ ਨਹੀਂ ਸੀਗਾ ਕਿ ਕਿਹੜਾ ਵਾਰਡ ਹੈ। ਮੈਂ 13 ਨੰਬਰ ਵਾਰਡ ਦੀ ਮਿਊਨਸੀਪਲ ਕਮੇਟੀ ਦੀ ਮੈਂਬਰ ਹੈ, ਬਟ ਇਹ ਨਹੀਂ ਸੀਗਾ ਕਿ ਉਹਦੇ ਵਿੱਚ ਹੀ ਦੇਣਾ। ਕੋਈ ਵੀ ਏਰੀਆ ਸੀ, ਡਜ਼ਨਟ ਮੈਟਰ, ਖੰਨੇ ਦਾ ਜਿੱਥੇ ਮਰਜ਼ੀ ਏਰੀਆ ਸੀ, ਕੋਈ ਪਿੰਡ ਸੀ, ਜਿੱਥੋਂ ਵੀ ਕਾਲ ਆਉਂਦੀ ਸੀ ਅਸੀਂ ਇੱਕ ਹੈਲਪਲਾਈਨ ਇਸ਼ੂ ਕੀਤਾ ਸੀ ਨੰਬਰ, ਜਿੱਥੋਂ ਵੀ ਕਾਲ ਆਉਂਦੀ ਸੀ, ਚਾਹੇ ਕੋਈ ਮੈਡੀਸਨ ਦੀ ਲੋੜ ਹੁੰਦੀ ਸੀ, ਤੁਹਾਨੂੰ ਪਤਾ ਹੀ ਆ ਕਿ ਮੈਡੀਕਲ ਸਟੋਰ ਵੀ ਬੰਦ ਹੁੰਦੇ ਸੀਗੇ, ਮੈਡੀਕਲ ਫੈਸਿਲਿਟੀ ਦਿੱਤੀ ਜਾਂਦੀ ਸੀ, ਦਵਾਈਆਂ ਦਿੱਤੀਆਂ ਜਾਂਦੀਆਂ ਸੀ, ਲੰਗਰ ਦਿੱਤਾ ਜਾਂਦਾ ਸੀ, ਜਿਹੜਾ ਮਰਜ਼ੀ ਏਰੀਆ ਸੀਗਾ। ਹਾਂਜੀ, ਅਰਾਊਂਡ 45 to 50 ਲੱਖ ਅਸੀਂ ਮਤਲਬ ਪੈਟਰੋਲ ਪੰਪ ਦੀ ਹਾਂਜੀ ਉੱਥੇ ਪੇਮੈਂਟ ਕੀਤੀ ਸੀਗੀ, ਕਿਉਂਕਿ ਅਸੀਂ ਚਾਹੁੰਦੇ ਹੁੰਦੇ ਸੀ ਕਿਸੇ ਵੀ ਤਰੀਕੇ ਕਿਸਾਨਾਂ ਦੀ ਕਿਸੇ ਵੀ ਤਰੀਕੇ ਅਸੀਂ ਹੈਲਪ ਕਰ ਸਕੀਏ। ਅਤੇ ਉਹ ਜਾਣਾ ਚਾਹੁੰਦੇ ਸੀ, ਅਗਰ ਉਹ ਵਿਚਾਰੇ ਅਫੋਰਡ ਨਾ ਕਰ ਪਾਉਂਦੇ ਤਾਂ ਉਹ ਕਿੱਦਾਂ ਜਾਂਦੇ। ਕਿਸੇ ਵੀ ਤਰੀਕੇ ਜੋ ਵੀ ਸਾਡੇ ਤੋਂ ਹੋਇਆ ਅਸੀਂ ਸਭ ਦੀ ਹੈਲਪ ਕੀਤੀ ਆ। ਮੈਂ ਸਭ ਨੂੰ ਇਹੀ ਰਿਕੁਐਸਟ ਕਰਦੀ ਹਾਂ ਕਿ ਗਿਵ ਮੀ ਅ ਚਾਂਸ। ਇੱਕ ਸਿੰਗਲ ਚਾਂਸ ਹੀ ਮੰਗ ਰਹੇ ਹਾਂ। ਇਹ ਨਹੀਂ ਕਹਿੰਦੇ ਕਿ ਕੋਈ ਤੁਸੀਂ ਜਿਤਾਓ ਤਾਂ ਮੈਂ ਦੂਸਰੀ ਵਾਰ ਇਹ ਕਰੂੰਗੀ, ਕੋਟਲੀ ਸਾਹਿਬ ਮੰਗੂ ਕਿ ਦੂਜਾ ਮੌਕਾ ਜਾਂ ਤੀਸਰੀ ਵਾਰ, ਹੈ ਨਾ। ਇੱਕੋ ਹੀ ਮੌਕਾ ਚਾਹੀਦਾ। ਯੂ ਵਿਲ ਸੀ ਦਾ ਡਿਫਰੈਂਸ, ਯੂ ਵਿਲ ਬੀ ਪ੍ਰਾਊਡ। ਤੁਹਾਨੂੰ ਪ੍ਰਾਊਡ ਹੋਊਗਾ ਆਪਣੇ ਸ਼ਹਿਰ ਦੀ ਬੇਟੀ ਤੇ ਆਪਣੀ ਸ਼ਹਿਰ ਦੀ ਨੂੰਹ ਤੇ, ਬਿਕੋਜ਼ ਇੰਨਾ ਕੁਛ ਕਰਕੇ ਦਿਖਾਉਣਾ ਆਪਣੇ ਸ਼ਹਿਰ ਵਾਸਤੇ ਜਿਹੜਾ ਅੱਜ ਤੱਕ ਕਿਸੇ ਵੀ MLA ਨੇ ਨਹੀਂ ਕੀਤਾ। ਸਤਿ ਸ਼੍ਰੀ ਅਕਾਲ ਜੀ, ਮੈਂ ਸ਼ਰਨਜੀਤ ਕੌਰ ਸੰਧੂ ਤੇ ਤੁਸੀਂ ਦੇਖ ਰਹੇ ਹੋ 7 ਸਮੁੰਦਰੋਂ ਪਾਰ TV। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਜੀ ਜਸਦੀਪ ਕੌਰ ਜੀ ਉਹਨਾਂ ਨਾਲ, ਜੋ ਕਿ ਖੰਨੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ MLA ਦੀਆਂ ਚੋਣਾਂ ਲੜਨ ਜਾ ਰਹੇ ਆ। ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਤੁਸੀਂ ਕੀ ਸੋਚ ਕੇ ਖੰਨੇ ਤੋਂ MLA ਦੀਆਂ ਚੋਣਾਂ ਨੇ ਲੜ ਰਹੇ ਹੋ? ਕਿਉਂਕਿ ਦੇਖੋ ਆਪਣੇ ਸ਼ਹਿਰ ਦੀ ਕੋਈ ਪ੍ਰੋਗਰੈਸ, ਕੋਈ ਡਿਵੈਲਪਮੈਂਟ ਹੋਈ ਨਹੀਂ ਹੈ। ਜਿੱਥੇ ਖੜਾ ਸੀ ਉੱਥੇ ਹੀ ਹੈ, ਮੀਨਸ ਵਰਸਟ ਕੰਡੀਸ਼ਨ ਹੋ ਰਹੀ ਹੈ ਡੇ ਬਾਈ ਡੇ। ਚੰਡੀਗੜ੍ਹ ਤੋਂ ਲੈ ਕੇ ਅੰਮ੍ਰਿਤਸਰ ਤੁਸੀਂ ਮੈਨੂੰ ਲੱਗਦਾ ਕਿ ਸਭ ਤੋਂ ਗੰਦਾ ਸ਼ਹਿਰ ਖੰਨਾ ਹੀ ਹੋਣਾ। ਮੈਂ ਇਸ ਸ਼ਹਿਰ ਦੇ ਵਾਸਤੇ ਕੁਝ ਕਰਨਾ ਚਾਹੁੰਦੀ ਹਾਂ, ਕਰਾਂਗੇ ਤਾਂ ਹੀ ਅਗਰ ਅਥਾਰਟੀ ਹੋ ਕੋਈ ਪਾਰ ਹੋਗੀ। ਤੁਹਾਨੂੰ ਪਤਾ ਹੀ ਆ ਕਿ ਵਿਦਆਊਟ ਅਥਾਰਟੀ ਵਿਦਆਊਟ ਅ ਪਾਰ ਆਪਾਂ ਕੁਝ ਨਹੀਂ ਕਰ ਸਕਦੇ। ਈਵਨ ਮੈਨੂੰ ਆਪਣੇ ਵਾਰਡ ਵਿੱਚ ਸੀਵਰੇਜ ਪਾਉਣ ਵਾਸਤੇ ਹਾਈ ਕੋਰਟ 'ਚ ਅਪੀਲ ਕਰਨੀ ਪਈ ਸੀ, ਬਿਕੋਜ਼ ਕਾਂਗਰਸ ਸਰਕਾਰ ਉਹਨਾਂ ਦੀ ਹੈ, ਕਮੇਟੀ ਉਹਨਾਂ ਦੀ ਹੈ, MLA ਉਹਨਾਂ ਦਾ। ਸੋ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਅਸੀਂ ਜਿੰਨਾ ਕੰਮ ਕਰਵਾਉਣਾ ਧੱਕੇ ਨਾਲ ਹੀ ਕਰਵਾਉਂਦੇ ਹਾਂ। ਹਾਂਜੀ ਮੈਮ, ਤੁਸੀਂ ਖੰਨੇ ਦੇ ਵਿਕਾਸ ਦੇ ਲਈ ਲੋਕਾਂ ਨੂੰ ਕਾਫੀ ਵਾਅਦੇ ਕਰ ਰਹੇ ਹੋ। ਖੰਨੇ ਦੇ ਵਿਕਾਸ ਨੂੰ ਲੈ ਕੇ ਅੱਗੇ ਤੁਹਾਡੇ ਦਿਮਾਗ ਵਿੱਚ ਕੀ ਪ੍ਰੋਗਰਾਮ ਚੱਲ ਰਹੇ ਨੇ? ਹਾਂਜੀ, ਵਾਅਦਾ, ਪਹਿਲੀ ਗੱਲ ਤਾਂ ਮੈਂ ਕਹੂੰਗੀ ਕਿ ਕੋਈ ਵੀ ਵਾਅਦਾ, ਇੱਕ ਵੀ ਵਾਅਦਾ ਕੋਈ ਝੂਠਾ ਵਾਅਦਾ ਨਹੀਂ ਅਸੀਂ ਕਰ ਰਹੇ। ਇੱਕ ਚੀਜ਼ ਜਿਹੜੀ ਅਸੀਂ ਕਹਿ ਕੇ ਜਾਵਾਂਗੇ ਉਹ ਹੋਊਗੀ। ਜ਼ਿਆਦਾ ਬੇਸ਼ੱਕ ਕੁਛ ਹੋ ਜਾਵੇ, ਇੱਕ ਵੀ ਚੀਜ਼ ਘੱਟ ਨਹੀਂ ਹੋਊਗੀ। ਬਿਕੋਜ਼ ਪਹਿਲੀ ਗੱਲ ਤਾਂ ਮੈਂ ਇਹ ਕਹੂੰਗੀ ਕਿ ਅਸੀਂ ਆਪਣੀ ਓਨੈਸਟੀ ਦੇ ਸਿਰ 'ਤੇ, ਆਪਣੀ ਇਮਾਨਦਾਰੀ ਦੇ ਸਿਰ 'ਤੇ ਵੋਟਾਂ ਮੰਗ ਰਹੇ ਹਾਂ।
ਕਿ ਅੱਜ ਤੱਕ ਸਾਡੇ ਕੀਤੇ ਕੰਮਾਂ ਦੇ ਸਿਰ ਤੇ ਕਿ ਹੁਣ ਤੱਕ ਕੀ ਕੀਤਾ, ਤੇ ਅਸੀਂ ਕਰਨਾ ਵੀ ਚਾਹੁੰਦੇ ਆਪਣੇ ਜੋ ਜਿੰਨਾ ਵੀ ਵਿਕਾਸ ਆਪਣੇ ਸ਼ਹਿਰ ਦਾ, ਸੀਵਰੇਜ ਦਾ ਕੰਮ ਹੋਣ ਵਾਲਾ ਕੋਈ ਚੀਜ਼ ਹੈ ਹੀ ਨਹੀਂ, ਕੋਈ ਪਾਰਕ ਨਹੀਂ ਹੈ, ਕੋਈ ਪਬਲਿਕ ਟਾਇਲਟਸ ਨਹੀਂ ਹੈ, ਕੋਈ ਤੁਸੀਂ ਦੇਖ ਲਓ ਸਟ੍ਰੇ ਐਨੀਮਲਸ ਕਿੰਨੇ ਘੁੰਮਦੇ ਆ, ਸਟਰੀਟ ਲਾਈਟਸ ਨਹੀਂ, ਟ੍ਰੈਫਿਕ ਲਾਈਟਸ, ਮੀਨਸ ਕੁਝ ਹੈ ਹੀ ਨਹੀਂ। ਇੱਕ ਚੀਜ਼ ਹੋਵੇ ਫਿਰ ਤਾਂ ਮੈਂ ਤੁਹਾਨੂੰ ਕਹਾਂ ਨਾ ਵੀ ਇੱਕ ਚੀਜ਼ ਹੋਣ ਵਾਲੀ ਆ। ਹਾਂਜੀ ਮੈਮ, ਤੁਸੀਂ ਖੰਨੇ ਦੀ ਜ਼ਮੀਨ ਨਾਲ ਜੁੜੇ ਹੋਏ ਹੋ ਤੇ ਖੰਨੇ ਨੂੰ ਕਾਫੀ ਦੇਰ ਤੋਂ ਜ਼ਿਲ੍ਹਾ ਬਣਾਉਣ ਦੀ ਗੱਲ ਚੱਲ ਰਹੀ ਹੈ, ਜੋ ਕਿ ਹਜੇ ਤੱਕ ਇਸ ਗੱਲ ਵਿੱਚ ਕੋਈ ਵਿਕਾਸ ਨਹੀਂ ਨਜ਼ਰ ਆਇਆ। ਜੇ ਤੁਸੀਂ ਐਮਐਲਏ ਦੀਆਂ ਚੋਣਾਂ ਜਿੱਤ ਜਾਂਦੇ ਹੋ, ਕੀ ਤੁਸੀਂ ਇਸ ਡਿਮਾਂਡ ਨੂੰ ਲੈ ਕੇ ਹਾਈ ਕਮਾਂਡ ਤੱਕ ਜਾਓਗੇ? ਹਾਂਜੀ ਬਿਲਕੁਲ, ਫੋਰ ਸ਼ੋਰ 101%। ਅਸੀਂ ਅੱਜ ਤੋਂ 3 ਮਹੀਨੇ ਪਹਿਲਾਂ ਬਾਦਲ ਸਾਹਿਬ ਦੀ ਇੱਥੇ ਰੈਲੀ ਹੋਈ ਸੀ ਤੇ ਬਾਦਲ ਸਾਹਿਬ ਤੋਂ ਉਹਨਾਂ ਨੂੰ ਅਸੀਂ ਕਿਹਾ ਸੀ ਕਿ ਤੁਸੀਂ ਅਨਾਉਂਸ ਕਰਕੇ ਜਾਓ, ਬਿਕੋਜ਼ ਬਾਦਲ ਸਾਹਿਬ ਜੋ ਅਨਾਉਂਸ ਕਰ ਦੇਣਗੇ ਉਹ ਹੋਣਾ ਹੀ ਹੋਣਾ ਹੈ, ਜੋ ਕਹਿਤਾ ਤਾਂ ਉਹਨਾਂ ਨੇ ਕਰਨਾ ਹੀ ਕਰਨਾ ਹੈ। ਸੋ ਪਬਲਿਕਲੀ ਉਹਨਾਂ ਨੇ ਅਨਾਉਂਸ ਕੀਤਾ ਸੀ ਕਿ ਖੰਨੇ ਨੂੰ ਜ਼ਿਲ੍ਹਾ ਬਣਾਇਆ ਜਾਊਗਾ ਤੇ ਜ਼ਿਲ੍ਹੇ ਦੇ ਨਾਲ ਤੁਹਾਨੂੰ ਪਤਾ ਹੀ ਆ ਕਿ ਹੋਰ ਜਿੰਨੀਆਂ ਵੀ ਫੈਸਿਲਿਟੀਜ਼ ਹੁੰਦੀਆਂ ਨੇ, ਮੈਡੀਕਲ ਕਾਲਜ, ਹਸਪੀਟਲ, ਇੰਡਸਟਰੀ ਆਉਂਦੀ ਹੈ, ਇਹ ਸਾਰਾ ਕੁਝ ਸ਼ਹਿਰ ਵਾਸਤੇ ਲੈ ਕੇ ਆਵਾਂਗੇ। ਰਾਦਰ ਦੈਨ ਜਦੋਂ ਹੁਣ ਤੁਹਾਨੂੰ ਪਤਾ ਹੀ ਆ ਕਿ ਇਹ ਵਾਅਦਾ ਤਾਂ ਕੋਟਲੀ ਸਾਹਿਬ ਨੇ ਵੀ ਕੀਤਾ ਸੀ, ਉਹਨਾਂ ਨੇ ਵੀ ਕੀਤਾ ਸੀਗਾ ਕਿ ਮੈਂ ਜ਼ਿਲ੍ਹਾ ਬਣਾਉਂਗਾ, ਬਟ ਹੋਇਆ ਕਿ ਉਹਨਾਂ ਕੋਲ ਆਪਸ਼ਨ ਸੀਗੀ ਕਿ ਵੀ ਜਾਂ ਤੁਸੀਂ ਜ਼ਿਲ੍ਹਾ ਬਣਾ ਲਓ ਔਰ ਜਾਂ ਤੁਸੀਂ ਮੰਤਰੀ ਮੰਡਲ ਲੈ ਲਓ। ਉਹ ਕਹਿੰਦੇ ਕਿ ਜ਼ਿਲ੍ਹਾ ਤਾਂ ਬਣੇ ਨਾ ਬਣੇ, ਤੁਸੀਂ ਮੈਨੂੰ ਮੰਤਰੀ ਬਣਾ ਲਓ, ਬਿਕੋਜ਼ ਜਿਹੜੇ ਬੰਦੇ ਨੇ ਇੱਥੇ ਰਹਿਣਾ ਹੀ ਹੈ ਨਹੀਂ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਆਪਾਂ ਕਿਸ ਹਾਲਾਤ 'ਚ ਰਹਿੰਦੇ ਹਾਂ, ਕਿਹੜੀ ਆਪਣੀ ਸਿਚੁਏਸ਼ਨਸ ਨੇ। ਸੋ ਹੀ ਡਿਡਨਟ ਕੇਅਰ ਕਿ ਕੋਈ ਫਰਕ ਨਹੀਂ ਪੈਂਦਾ, ਮੈਨੂੰ ਮੰਤਰੀ ਬਣਾ ਦਿਓ ਤੁਸੀਂ। ਹਾਂਜੀ ਮੈਮ, ਜੋ ਇੱਥੇ ਦੇ ਮੌਜੂਦਾ ਐਮਐਲਏ ਨੇ ਉਹਨਾਂ ਦੇ ਬ੍ਰਦਰ ਰਵਨੀਤ ਬਿੱਟੂ ਵੀ ਪਾਰਲੀਮੈਂਟ ਵਿੱਚ ਨੇ ਤੇ ਉਹਨਾਂ ਦੇ ਹੋਰ ਰਿਸ਼ਤੇਦਾਰ ਵੀ ਕਾਫੀ ਪੰਜਾਬ ਸਰਕਾਰ ਨਾਲ ਰਿਲੇਟਡ ਨੇ, ਬਟ ਫਿਰ ਵੀ ਉਹ ਖੰਨੇ ਦੇ ਵਿਕਾਸ ਨੂੰ ਲੈ ਕੇ ਹਾਈ ਕਮਾਨ ਤੱਕ ਕਿਉਂ ਨਹੀਂ ਗਏ? ਕਿਉਂਕਿ ਵਿਕਾਸ ਸਿਰਫ ਆਪਣਾ ਹੀ ਕਰਨਾ ਸੀ। ਤੁਸੀਂ ਇਹ ਦੇਖੋ ਕਿ ਇੱਕ ਆਰਟੀਆਈ ਪਈ ਸੀ, ਉਹ ਕਹਿੰਦੇ ਸੀ ਕਿ ਅੱਜ ਆਪਣੇ ਐਮਐਲਏ ਕਿੰਨੀ ਵਾਰ ਅਸੈਂਬਲੀ 'ਚ ਬੋਲੇ ਨੇ, ਐਂਡ ਤੁਸੀਂ ਇਹ ਦੇਖੋ ਯੂ ਵੋਂਟ ਬਿਲੀਵ ਕਿ ਇੱਕ ਐਮਐਲਏ ਅੱਜ ਤੱਕ ਉਹ ਕਹਿੰਦੇ ਕਿ ਕੋਈ ਰਿਕਾਰਡ ਹੀ ਨਹੀਂ ਹੈ, ਅਸੈਂਬਲੀ 'ਚ ਕਦੇ ਕੋਈ ਕੁਐਸਚਨ ਪੁੱਟ ਕੀਤਾ ਹੀ ਨਹੀਂ, ਖੰਨੇ ਵਾਸਤੇ ਕੁਝ ਮੰਗਿਆ ਹੀ ਹੈ ਨਹੀਂ, ਨਾਟ ਈਵਨ ਅ ਸਿੰਗਲ ਟਾਈਮ, ਕਦੀ ਕਿਹਾ ਹੀ ਨਹੀਂ ਕਿ ਮੇਰੇ ਸ਼ਹਿਰ ਵਾਸਤੇ ਮੈਨੂੰ ਇਹ ਚੀਜ਼ ਚਾਹੀਦੀ ਆ। ਅਗਰ ਵਿਕਾਸ ਕੀਤਾ ਹੈ ਤਾਂ ਸਿਰਫ ਆਪਣਾ ਕੀਤਾ ਹੈ, ਆਪਣੀ ਪ੍ਰਾਪਰਟੀ ਦਾ। ਜਿਹੜਾ ਬੰਦਾ ਅੱਜ ਤੋਂ 10 ਸਾਲ ਪਹਿਲਾਂ ਇੱਕ ਲੋਨ ਲੈ ਕੇ ਇਲੈਕਸ਼ਨ ਲੜਿਆ ਸੀ ਤੇ ਤੁਸੀਂ ਕੰਪੈਰੀਜ਼ਨ ਕਰਕੇ ਦੇਖੋ ਅੱਜ ਉਹਨਾਂ ਦੀ ਪ੍ਰਾਪਰਟੀ ਕੀ ਆ ਤੇ 10 ਸਾਲ ਪਹਿਲਾਂ ਪ੍ਰਾਪਰਟੀ ਕੀ ਸੀ, ਤੁਸੀਂ ਆਪਣੇ ਆਪ ਦੇਖ ਲਓ। ਚੰਡੀਗੜ੍ਹ ਪ੍ਰਾਪਰਟੀ ਕਿੰਨੀ ਆ ਤੇ ਹੁਣ ਆਪਣਾ ਘਰ ਦੇਖ ਲਓ ਉਹਨਾਂ ਦਾ। ਇਹ ਸਾਰਾ ਖੰਨੇ ਦੇ ਲੋਕਾਂ ਦਾ ਪੈਸਾ ਏ, ਸਭ ਦਾ ਰਾਈਟ ਆ, ਸਾਰਿਆਂ ਦਾ ਹੱਕ ਆ ਜਿਹੜਾ ਉਹਨਾਂ ਨੇ ਆਪਣੇ ਘਰ ਤੇ ਜਾਂ ਆਪਣੀ ਪ੍ਰਾਪਰਟੀ 'ਤੇ ਲਾਇਆ ਹੋਇਆ। ਹਾਂਜੀ ਮੈਮ, ਜਿਵੇਂ ਆਮ ਆਦਮੀ ਪਾਰਟੀ ਹੈ ਉਹ ਕਹਿ ਰਹੀ ਹੈ ਕਿ ਸਾਨੂੰ ਇੱਕ ਵਾਰੀ ਮੌਕਾ ਦਿੱਤਾ ਜਾਵੇ ਤਾਂ ਅਸੀਂ ਵਿਕਾਸ ਕਰਾਂਗੇ, ਤੇ ਜੋ ਤੁਹਾਡੀ ਪਾਰਟੀ ਹੈ ਉਹ ਕਹਿ ਰਹੀ ਹੈ ਕਿ ਸਾਨੂੰ ਇੱਕ ਮੌਕਾ ਦਿੱਤਾ ਜਾਵੇ ਤਾਂ ਅਸੀਂ ਵਿਕਾਸ ਕਰਾਂਗੇ। ਤੁਸੀਂ ਕੀ ਕਹਿੰਦੇ ਹੋ? ਦੇਖੋ, ਪਹਿਲੀ ਗੱਲ ਤਾਂ ਮੈਂ ਇਹ ਕਹੂੰਗੀ ਕਿ ਆਮ ਆਦਮੀ ਪਾਰਟੀ ਜਿਹੜੀ ਕਹਿ ਰਹੀ ਹੈ ਵੀ ਇੱਕ ਮੌਕਾ ਦਿਓ, ਉਹ ਪਹਿਲਾ ਮੌਕਾ ਨਹੀਂ ਹੈ ਉਹਨਾਂ ਦਾ, ਮੈਨੂੰ ਲੱਗਦਾ ਤੀਜਾ ਚੌਥਾ ਮੌਕਾ ਮੰਗ ਰਹੇ ਨੇ। ਉਹ ਕਿੰਨੀ ਵਾਰੀ ਮੌਕੇ ਦੇ ਲਏ ਨਾ ਉਹਨਾਂ ਨੂੰ। ਤੁਸੀਂ ਦੇਖੋ ਕਿ ਪਿਛਲੀ ਵਾਰੀ ਵੀ 20 ਐਮਐਲਏ ਬਣੇ ਸੀਗੇ, ਉਹਦੇ ਵਿੱਚੋਂ 14 ਵਿਕ ਗਏ। ਹੁਣ ਰੀਸੈਂਟਲੀ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖਿਆ ਹੀ ਆ ਕਿ 14 ਐਮਸੀ ਬਣੇ ਸੀ, ਜਿਨ੍ਹਾਂ ਦੀ ਮੈਜੋਰਿਟੀ ਹੁੰਦੀ ਆ ਉਹਨਾਂ ਦੀ ਕਾਰਪੋਰੇਸ਼ਨ ਬਣਦੀ ਆ, ਉਹਨਾਂ ਦੀ ਕਮੇਟੀ ਬਣਦੀ ਹੁੰਦੀ ਆ, ਬਟ ਬਣ ਕਿਸੇ ਹੋਰ ਦੀ ਗਈ। ਤੁਸੀਂ ਉਹਨਾਂ 'ਤੇ ਯਕੀਨ ਹੀ ਨਹੀਂ ਕਰ ਸਕਦੇ। ਔਰ ਮੋਰ ਓਵਰ ਤੁਸੀਂ ਕੇਜਰੀਵਾਲ ਜੀ ਨੇ ਅਗਰ ਇੱਕ ਵੀ ਫੈਸਿਲਿਟੀ ਦਿੱਲੀ 'ਚ ਦਿੱਤੀ ਹੁੰਦੀ ਤਾਂ ਆਪਾਂ ਰਿਲਾਈ ਕਰ ਸਕਦੇ ਸੀ, ਆਪਾਂ ਸੋਚਦੇ ਕਿ ਚਲੋ ਠੀਕ ਹੈ ਮੌਕਾ ਦੇ ਦਿਓ, ਬਿਕੋਜ਼ ਉਹਨਾਂ ਨੇ ਉੱਥੇ ਬਹੁਤ ਕੁਝ ਕੀਤਾ ਹੋਇਆ। ਮੈਂ ਤਾਂ ਹਰ ਰੋਜ਼ ਵੀਡੀਓਜ਼ ਦੇਖਦੀ ਹਾਂ ਕਿ ਦਿੱਲੀ ਵਾਲੇ ਲੋਕ ਤਾਂ ਕਹਿੰਦੇ ਨੇ ਕਿ ਅਸੀਂ ਤਾਂ ਇੱਥੇ ਫਸੇ ਹੀ ਹੋਏ ਹਾਂ, ਕਿ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਪੰਜਾਬ ਵੀ ਤੁਸੀਂ ਉਹਨਾਂ ਦੇ ਹੱਥਾਂ 'ਚ ਦੇ ਦਿਓ, ਕਿਉਂਕਿ ਜਿਹੜਾ ਬੰਦਾ ਤੁਸੀਂ ਉੱਥੇ 7-8 ਸਾਲ ਹੋ ਗਏ ਉਹਨਾਂ ਦੀ ਸਰਕਾਰ ਹੈ, ਅਗਰ ਉੱਥੇ ਉਹਨਾਂ ਨੇ ਵਾਕਈ ਇੰਨੀਆਂ ਫੈਸਿਲਿਟੀਜ਼ ਦਿੱਤੀਆਂ ਹੁੰਦੀਆਂ ਫਿਰ ਸਾਡੇ ਕੋਲ ਇੱਕ ਐਗਜ਼ਾਮਪਲ ਹੁੰਦੀ, ਲੋਕਾਂ ਕੋਲ ਐਗਜ਼ਾਮਪਲ ਹੁੰਦੀ ਵੀ ਉਹਨਾਂ ਨੇ ਬਹੁਤ ਕੁਝ ਕੀਤਾ। ਉੱਥੇ ਕੁਝ ਵੀ ਨਹੀਂ ਕੀਤਾ ਤੇ ਕਿਸ ਬੇਸ 'ਤੇ ਵੋਟਾਂ ਮੰਗ ਰਹੇ ਨੇ, ਕਿਸ ਬੇਸ 'ਤੇ ਮੌਕਾ ਮੰਗ ਰਹੇ ਨੇ। ਹਾਂਜੀ ਮੈਮ, ਤੁਸੀਂ ਕਹਿ ਰਹੇ ਹੋ ਕਿ ਜੇ ਮੈਂ ਐਮਐਲਏ ਦੀਆਂ ਚੋਣਾਂ ਜਿੱਤਦੀ ਹਾਂ ਤਾਂ ਮੈਂ ਕਰਪਸ਼ਨ ਖਤਮ ਕਰ ਦੂੰਗੀ। ਕਿਵੇਂ ਤੁਸੀਂ ਇਸ ਕਰਪਸ਼ਨ ਨੂੰ ਖਤਮ ਕਰ ਦੋਗੇ? ਕਰਪਸ਼ਨ ਤਾਂ ਹੀ ਖਤਮ ਹੁੰਦੀ ਹੈ ਜਦੋਂ ਆਪਾਂ ਕਰਪਸ਼ਨ ਕਰਨੀ ਨਹੀਂ। ਜਦੋਂ ਅਸੀਂ ਕਵਾਂਗੇ ਕਿ ਅਸੀਂ ਪੈਸਾ ਨਹੀਂ ਖਾਣਾ, ਅਸੀਂ ਕਿਸੇ ਨੂੰ ਖਾਣ ਦੇਣਾ ਵੀ ਨਹੀਂ। ਅਗਰ ਅਸੀਂ ਕਵਾਂਗੇ ਕਿ ਸਾਨੂੰ ਹਿੱਸਾ ਨਹੀਂ ਚਾਹੀਦਾ, ਸਾਡੇ ਤੋਂ ਕੋਈ ਹਿੱਸਾ ਮੰਗ ਵੀ ਨਹੀਂ ਸਕਦਾ। ਕਿਸੇ 'ਚ ਹਿੰਮਤ ਹੀ ਨਹੀਂ ਹੋਊਗੀ ਕਿ ਸਾਨੂੰ ਕਹੂਗਾ ਕਿ ਸਾਨੂੰ ਸ਼ੇਅਰ ਦਿਓ। ਅੱਜ ਤੱਕ ਹੁੰਦਾ ਕੀ ਆ ਰਿਹਾ, ਕੋਟਲੀ ਸਾਹਿਬ ਦਾ ਪਹਿਲਾਂ ਆਪਣਾ ਸ਼ੇਅਰ ਹੁੰਦਾ। ਤੁਸੀਂ ਇਹ ਸੋਚੋ ਕਿ ਪਹਿਲਾਂ ਆਪਣਾ ਸ਼ੇਅਰ ਲੈਣਾ, ਉਸ ਤੋਂ ਬਾਅਦ ਜਦੋਂ ਇੱਕ ਲੀਡਰ ਕਹੂਗਾ ਕਿ ਮੈਨੂੰ ਸ਼ੇਅਰ ਚਾਹੀਦਾ ਤਾਂ 10 ਬੰਦੇ ਡੈਫੀਨੇਟਲੀ ਹੋਰ ਮੰਗਣਗੇ ਕਿ ਅਗਰ ਤੂੰ ਲੈਣਾ ਤਾਂ ਮੈਨੂੰ ਵੀ ਚਾਹੀਦੇ ਨੇ। ਇੱਥੇ ਅਗਰ ਅਸੀਂ ਕਵਾਂਗੇ ਕਿ ਅਸੀਂ ਲੈਣਾ ਨਹੀਂ ਤੇ ਸਾਡੇ ਤੋਂ ਕੋਈ ਮੰਗ ਕਿਵੇਂ ਲਊਗਾ? ਔਰ ਇਹ ਚੀਜ਼ਾਂ ਵਾਕਈ ਹੀ ਯੂ ਵਿਲ ਸੀ ਦ ਡਿਫਰੈਂਸ। ਤੁਸੀਂ ਆਪਣੇ ਆਪ ਦੇਖੋਗੇ, ਸਾਰੇ ਖੰਨੇ ਦੇ ਲੋਕੀ ਦੇਖਣਗੇ ਕਿ ਉਹ ਫਰਕ ਹੁੰਦਾ ਕਿਵੇਂ ਆ, ਉਹ ਚੀਜ਼ ਤੁਸੀਂ ਇੰਪਲੀਮੈਂਟ ਕਰਦੇ ਕਿੱਦਾਂ ਹੋ।
ਹਰ ਜਗ੍ਹਾ ਸਾਡੇ ਨੰਬਰ ਲੱਗੇ ਹੋਣਗੇ, ਯਾਦੂ ਜੀ ਦਾ, ਮੇਰਾ, ਸਾਡੀ ਟੀਮ ਦਾ, ਸਾਡੇ ਵਰਕਰ ਸਹਿਬਾਨ ਦਾ। ਜਿੱਥੇ ਤੁਹਾਨੂੰ ਲੱਗਦਾ ਕਿ ਹਾਂ ਤੁਹਾਡੇ ਤੋਂ ਕੋਈ ਰਿਸ਼ਵਤ ਲੈ ਰਿਹਾ ਜਾਂ ਕੋਈ ਇਨਜਸਟਿਸ ਹੋ ਰਿਹਾ, ਚਾਹੇ ਪੁਲਿਸ ਸਟੇਸ਼ਨ ਹੈ, ਕੋਈ ਵੀ ਆਫਿਸ ਹੈ, ਵੇਅਰ ਐਵਰ, ਯੂ ਲੈਟ ਅਸ ਨੋ। ਉਸ ਤੋਂ ਬਾਅਦ ਰਿਸਪੌਂਸਿਬਿਲਿਟੀ ਸਾਡੀ ਹੈ। ਅਗਰ ਤੁਹਾਡੇ ਨਾਲ ਕੋਈ ਗਲਤ ਹੋ ਰਿਹਾ, ਉਹ ਤੁਹਾਡੀ ਰਿਸਪੌਂਸਿਬਿਲਿਟੀ ਨਹੀਂ ਹੈ, ਔਰ ਇਹ ਚੀਜ਼ਾਂ ਅਸੀਂ ਕਰਕੇ ਦਿਖਾਉਣੀਆਂ ਨੇ ਖੰਨੇ 'ਚ। ਹਾਂਜੀ ਮੈਮ, ਜਦੋਂ ਕਰੋਨਾ ਦਾ ਦੌਰ ਆਇਆ ਜਾਂ ਕਹਿ ਲਓ ਕਿ ਕਿਸਾਨੀ ਸੰਘਰਸ਼ ਚੱਲ ਰਿਹਾ ਸੀ, ਤਾਂ ਉਸ ਦੇ ਦੌਰਾਨ ਵੀ ਸੁਣਨ ਵਿੱਚ ਆਇਆ ਕਿ ਤੁਸੀਂ ਕਾਫੀ ਲੰਗਰ ਲਗਾਏ ਔਰ ਕਾਫੀ ਤੁਸੀਂ ਲੋਕਾਂ ਲਈ ਹੈਲਪ ਕੀਤੀ। ਜੇ ਕੋਈ ਕਿਸਾਨੀ ਸੰਘਰਸ਼ 'ਤੇ ਜਾਣਾ ਚਾਹੁੰਦਾ ਤਾਂ ਉਹਨੂੰ ਫ੍ਰੀ ਪੈਟਰੋਲ ਦੀ ਸੇਵਾ ਵੀ ਸ਼ੁਰੂ ਕਰਵਾਈ, ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਜਿੱਦਾਂ ਕਰੋਨਾ ਪੀਰੀਅਡ ਸੀਗਾ ਤਾਂ ਉਦੋਂ ਤੁਹਾਨੂੰ ਪਤਾ ਹੀ ਆ ਕਿ ਸਾਰੇ ਪੈਨਿਕ ਹੋ ਗਏ ਸੀਗੇ। ਕੋਈ ਲੋਕ ਆਪਣੇ ਘਰਾਂ 'ਚੋਂ ਨਹੀਂ ਸੀ ਨਿਕਲਦੇ, ਬਟ ਇੱਕ ਇਕੱਲੇ ਯਾਦੂ ਜੀ ਸੀਗੇ। ਉਹ ਕਹਿੰਦੇ ਸੀ ਕਿ ਮੈਂ ਘਰੇ ਨਹੀਂ ਬੈਠ ਸਕਦਾ, ਕਹਿੰਦੇ ਮੈਂ ਘਰੇ ਬੈਠ ਜਾਊਂਗਾ ਤਾਂ ਲੋਕੀ ਤਾਂ ਵਿਚਾਰੇ ਜਿਹੜੇ ਹੈਂਡ ਟੂ ਮਾਊਥ ਨੇ ਉਹ ਤਾਂ ਘਰ ਬੈਠੇ ਮਰ ਜਾਣਗੇ। ਇੱਕ ਦਿਨ ਵੀ ਘਰ ਨਹੀਂ ਬੈਠੇ। 2 ਮਹੀਨੇ ਤਾਂ ਤੁਸੀਂ ਇਹ ਦੇਖੋ ਕਿ ਅਸੀਂ ਆਪਣੀ ਪਾਕਟ 'ਚੋਂ, ਆਪਣੇ ਘਰ ਤੋਂ ਸਟਾਰਟ ਕੀਤਾ ਸੀਗਾ। ਗੁਰਦੁਆਰਿਆਂ 'ਚ ਲੰਗਰ ਬਣਦਾ ਹੁੰਦਾ ਸੀ, ਔਰ ਯਾਦੂ ਜੀ ਹਰ ਥਾਂ 'ਤੇ ਜਾ ਕੇ, ਮੀਨਸ ਇਹ ਨਹੀਂ ਸੀਗਾ ਕਿ ਕਿਹੜਾ ਵਾਰਡ ਹੈ, ਮੈਂ 13 ਨੰਬਰ ਵਾਰਡ ਦੀ ਮਿਊਨਿਸਪਲ ਕਮੇਟੀ ਦੀ ਮੈਂਬਰ ਹੈ, ਬਟ ਇਹ ਨਹੀਂ ਸੀਗਾ ਕਿ ਉਹਦੇ ਵਿੱਚ ਹੀ ਦੇਣਾ। ਕੋਈ ਵੀ ਏਰੀਆ ਸੀ, ਡਜ਼ਨਟ ਮੈਟਰ, ਖੰਨੇ ਦਾ ਜਿੱਥੇ ਮਰਜ਼ੀ ਏਰੀਆ ਸੀ, ਕੋਈ ਪਿੰਡ ਸੀ, ਜਿੱਥੋਂ ਵੀ ਕਾਲ ਆਉਂਦੀ ਸੀ, ਅਸੀਂ ਇੱਕ ਹੈਲਪਲਾਈਨ ਇਸ਼ੂ ਕੀਤਾ ਸੀ ਨੰਬਰ, ਜਿੱਥੋਂ ਵੀ ਕਾਲ ਆਉਂਦੀ ਸੀ, ਚਾਹੇ ਕੋਈ ਮੈਡੀਸਨ ਦੀ ਲੋੜ ਹੁੰਦੀ ਸੀ, ਤੁਹਾਨੂੰ ਪਤਾ ਹੀ ਆ ਕਿ ਮੈਡੀਕਲ ਸਟੋਰ ਵੀ ਬੰਦ ਹੁੰਦੇ ਸੀਗੇ, ਮੈਡੀਕਲ ਫੈਸਿਲਿਟੀ ਦਿੱਤੀ ਜਾਂਦੀ ਸੀ, ਦਵਾਈਆਂ ਦਿੱਤੀਆਂ ਜਾਂਦੀਆਂ ਸੀ, ਲੰਗਰ ਦਿੱਤਾ ਜਾਂਦਾ ਸੀ, ਜਿਹੜਾ ਮਰਜ਼ੀ ਏਰੀਆ ਸੀਗਾ। ਔਰ ਕਿਸਾਨਾਂ ਦੇ ਸੰਘਰਸ਼ ਦੇਖੋ, ਕਿਸਾਨ ਉਹ ਸਾਡੇ ਵੀਰ ਭਰਾ ਨੇ। ਸਾਨੂੰ ਖੁਦ ਨੂੰ ਮਤਲਬ ਬਹੁਤ ਉਦੋਂ ਫੀਲ ਹੁੰਦਾ ਸੀ। ਯਾਦੂ ਜੀ ਵੀ ਕਿੰਨੀ ਦੇਰ ਉੱਥੇ ਰਹੇ ਨੇ, ਤੇ ਬਹੁਤ ਕਿਸਾਨ ਸਾਡੇ ਕੋਲ ਆਉਂਦੇ ਸੀਗੇ ਕਿ ਅਸੀਂ ਜਾਣਾ ਚਾਹੁੰਦੇ ਹਾਂ ਬਟ ਅਸੀਂ ਅਫੋਰਡ ਨਹੀਂ ਕਰ ਪਾਉਂਦੇ। ਤੁਹਾਨੂੰ ਪਤਾ ਹੀ ਆ ਕਿ ਅਰਾਊਂਡ 7-8 ਹਜ਼ਾਰ ਦਾ ਤੇਲ ਲੱਗ ਜਾਂਦਾ ਇੱਕ ਵਾਰ 'ਚ ਨਾ। ਤਾਂ ਯਾਦੂ ਜੀ ਨੇ ਪੰਪ ਵਾਲਿਆਂ ਨੂੰ ਹੀ ਕਹਿਤਾ ਸੀਗਾ ਕਿ ਤੁਸੀਂ ਜਿਹੜੇ ਵੀ ਟਰਾਲੀ ਵਾਲੇ ਆਉਂਦੇ ਨੇ, ਤੁਸੀਂ ਤੇਲ ਪਾਓ, ਮੈਂ ਪੇ ਕਰੂੰਗਾ। ਤੇ ਉਹ ਸਾਰਾ ਮਤਲਬ ਉਹਦੀ ਪੇਮੈਂਟ ਅਸੀਂ ਖੁਦ ਕੀਤੀ ਸੀ ਆਪਣੇ ਕੋਲੋਂ। ਮੈਮ, ਜਿਹੜੀ ਮੈਂ ਪੁੱਛਣਾ ਤਾਂ ਨਹੀਂ ਚਾਹੀਦਾ, ਜੋ ਤੇਲ ਦੀ ਸੇਵਾ ਕੀਤੀ ਸੀ, ਤਕਰੀਬਨ ਕਿੰਨਾ ਕੁ ਖਰਚਾ ਆਇਆ ਤੁਹਾਡਾ? ਵੈਸੇ ਮੈਂ ਫਸਟ ਟਾਈਮ ਪਬਲਿਕਲੀ ਇਸ ਚੀਜ਼ ਨੂੰ ਆਨਸਰ ਕਰ ਰਹੀ ਹਾਂ। ਮੈਂ ਕਦੀ ਨਹੀਂ ਕੀਤਾ, ਬਿਕੋਜ਼ ਇਹ ਚੀਜ਼ ਆਪਣੇ ਆਪ ਨੂੰ ਔਕਵਰਡ ਲੱਗਦੀ ਆ। ਇਹ ਸੋਸ਼ਲ ਮੀਡੀਆ ਤੇ ਤਾਂ ਕਾਫੀ ਸੁਣਨ ਵਿੱਚ ਆਇਆ, ਬਟ ਅਸੀਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੇ ਹਾਂ। ਹਾਂਜੀ, ਅਰਾਊਂਡ 45 to 50 ਲੱਖ ਅਸੀਂ ਮਤਲਬ ਪੈਟਰੋਲ ਪੰਪ ਦੀ, ਹਾਂਜੀ, ਉੱਥੇ ਪੇਮੈਂਟ ਕੀਤੀ ਸੀਗੀ, ਕਿਉਂਕਿ ਅਸੀਂ ਚਾਹੁੰਦੇ ਹੁੰਦੇ ਸੀ ਕਿਸੇ ਵੀ ਤਰੀਕੇ ਕਿਸਾਨਾਂ ਦੀ ਕਿਸੇ ਵੀ ਤਰੀਕੇ ਅਸੀਂ ਹੈਲਪ ਕਰ ਸਕੀਏ। ਤੇ ਉਹ ਜਾਣਾ ਚਾਹੁੰਦੇ ਸੀ, ਅਗਰ ਉਹ ਵਿਚਾਰੇ ਅਫੋਰਡ ਨਾ ਕਰ ਪਾਉਂਦੇ ਤਾਂ ਉਹ ਕਿੱਦਾਂ ਜਾਂਦੇ। ਕਿਸੇ ਵੀ ਤਰੀਕੇ ਜੋ ਵੀ ਸਾਡੇ ਤੋਂ ਹੋਇਆ ਅਸੀਂ ਸਭ ਦੀ ਹੈਲਪ ਕੀਤੀ ਹੈ। ਹਾਂਜੀ ਜਸਦੀਪ ਜੀ, ਜਿਵੇਂ ਤੁਹਾਨੂੰ ਪਤਾ ਹੈ ਕਿ ਖੰਨਾ ਸ਼ਹਿਰ ਬਹੁਤ ਵੱਡਾ ਹੈ ਤੇ ਇੱਥੇ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਬਹੁਤ ਜ਼ਿਆਦਾ ਨੇ। ਜੇ ਤੁਸੀਂ ਐਮਐਲਏ ਦੀਆਂ ਵੋਟਾਂ 'ਚ ਜਿੱਤ ਜਾਂਦੇ ਹੋ ਤਾਂ ਤੁਸੀਂ ਇਹਨਾਂ ਸਮੱਸਿਆਵਾਂ ਨੂੰ ਪੂਰਾ ਕਰਨ ਲਈ ਕੀ ਰੋਲ ਨਿਭਾਓਗੇ? ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗੀ ਕਿ ਜਿੰਨੀਆਂ ਵੀ ਪ੍ਰੋਬਲਮਸ ਨੇ ਉਹ ਸਾਰੀਆਂ ਦਾ ਸੋਲਿਊਸ਼ਨ ਹੋਊਗਾ। ਆਪਣੇ ਇੱਥੇ ਕੋਈ ਪਾਰਕ ਨਹੀਂ ਹੈ ਸ਼ਹਿਰ 'ਚ। ਜਿਹੜੀਆਂ ਪ੍ਰੋਬਲਮਸ ਲੋਕੀ ਫੇਸ ਕਰ ਰਹੇ ਨੇ, ਈਵਨ ਮੈਂ ਵੀ ਫੇਸ ਕਰਦੀ ਹਾਂ, ਮੈਂ ਵੀ ਇੱਥੇ ਹੀ ਰਹਿੰਦੀ ਹਾਂ। ਕੋਈ ਪਾਰਕ ਨਹੀਂ ਹੈਗਾ, ਬੱਚਿਆਂ ਦੇ ਖੇਡਣ ਵਾਸਤੇ ਨੇ, ਕੋਈ ਲੇਡੀਜ਼ ਵਾਸਤੇ ਪਾਰਕ ਨਹੀਂ ਹੈ, ਕੋਈ ਹੈ ਹੀ ਨਹੀਂ ਕਿਤੇ ਜਿੱਥੇ ਜਾ ਕੇ ਬੰਦਾ ਕੰਫਰਟੇਬਲੀ ਬੈਠ ਸਕੇ। ਔਰ ਇਸ਼ੂਜ਼ ਤਾਂ ਬਹੁਤ ਨੇ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਸੀਵਰੇਜ ਤਾਂ ਬਹੁਤ ਵੱਡਾ ਇਸ਼ੂ ਆ। ਮੀਂਹ ਪੈ ਜਾਵੇ ਤਾਂ ਲੋਕੀ ਘਰ ਤੋਂ ਬਾਹਰ ਨਹੀਂ ਨਿਕਲ ਸਕਦੇ। ਮੋਰਓਵਰ ਅਗਰ ਤੁਸੀਂ ਲਾਈਨੋਂ ਪਾਰ ਏਰੀਆ ਦੇਖੋ ਤਾਂ ਮਤਲਬ ਵਰਸਟ ਕੰਡੀਸ਼ਨ ਹੈ। ਲੋਕੀ ਰੈਡੀ ਨੇ, ਉਹ ਕਹਿੰਦੇ ਕਿ ਅਸੀਂ ਘਰ ਸੇਲ ਕਰਨ ਨੂੰ ਤਿਆਰ ਹਾਂ। ਤੁਸੀਂ ਇਹ ਸੋਚੋ ਕਿ ਕਿੰਨੇ ਦੁਖੀ ਹੋਣਗੇ ਜਿਹੜੇ ਆਪਣਾ ਜੱਦੀ ਘਰ ਵੇਚਣ ਨੂੰ ਤਿਆਰ ਨੇ। ਕੋਈ ਉਹ ਕਹਿੰਦੇ ਇੱਥੇ ਫੈਸਿਲਿਟੀ ਨਹੀਂ ਆ, ਮੀਨਸ ਉਹ ਕਹਿੰਦੇ ਸਾਡੇ ਕੋਲ ਜ਼ੋਮੈਟੋ ਵਾਲਾ ਵੀ ਨਹੀਂ ਪਹੁੰਚਦਾ, ਕੋਈ ਆਟੋ ਨਹੀਂ, ਕੋਈ ਆਨਲਾਈਨ ਕੁਛ, ਮਤਲਬ ਕੋਈ ਫੈਸਿਲਿਟੀ ਹੈ ਹੀ ਨਹੀਂ। ਇੰਨਾ ਬੁਰਾ ਹਾਲ ਹੈ। ਬਾਕੀ ਇੱਕ ਹੋਰ ਵੀ ਮੈਨੂੰ ਮਤਲਬ ਲੋਕ ਜਿਹੜੀ ਪ੍ਰੋਬਲਮ ਫੇਸ ਕਰ ਰਹੇ ਨੇ ਸਾਰੇ, ਮੈਂ ਖੁਦ ਫੇਸ ਕਰ ਰਹੀ ਹਾਂ ਕਿ ਜਿਹੜਾ ਪੁਲ ਬਣਿਆ ਹੋਇਆ ਇੱਥੇ, ਇਹ ਪੁਲ ਸਾਰੇ ਡਿਮਾਂਡ ਕਰ ਰਹੇ ਨੇ ਕਿ ਐਲੀਵੇਟਡ ਪੁਲ ਬਣਨਾ ਚਾਹੀਦਾ ਹੈ। ਪਰ ਦੇਖੋ ਓਨੈਸਟਲੀ ਆਈ ਵੋਂਟ ਸੇ ਕਿ ਤੁਸੀਂ ਮੈਨੂੰ ਜਿਤਾ ਕੇ ਭੇਜੋ ਤੇ ਮੈਂ 1 ਮਹੀਨੇ 'ਚ ਤੁਹਾਡਾ ਪੁਲ ਬਣਾ ਕੇ ਦੇ ਦੂੰਗੀ। ਇਟਸ ਨਾਟ ਪੋਸੀਬਲ ਐਟ ਆਲ, ਬਟ ਇਟਸ ਨਾਟ ਇੰਪੋਸੀਬਲ ਐਜ਼ ਵੈਲ। ਇਹ ਚੀਜ਼ ਹੋ ਸਕਦੀ ਹੈ ਬਟ ਇਟ ਵਿਲ ਟੇਕ ਸਮ ਟਾਈਮ। ਇੱਕ ਪ੍ਰੋਸੈਸ ਹੁੰਦਾ ਕਿ ਮੀਨਸ 1.5-2 ਸਾਲ ਲੱਗਣਗੇ। ਇੱਕ ਪ੍ਰੋਸੈਸ ਹੁੰਦਾ ਕਿ ਇਹ ਚੀਜ਼ ਹੋ ਜਾਊਗੀ। ਕਿਉਂ? ਬਿਕੋਜ਼ ਅਗਰ ਇਫ ਯੂ ਕੀਪ ਔਨ ਸੇਇੰਗ ਦ ਸੇਮ ਥਿੰਗ, ਜਦੋਂ ਮੇਰੀ ਅਸੈਂਬਲੀ 'ਚ ਮੀਟਿੰਗ ਹੁੰਦੀ ਹੈ ਤਾਂ ਅਗਰ ਆਪਾਂ ਹਰ ਇੱਕ ਚੀਜ਼ ਇੱਕੋ ਹੀ ਚੀਜ਼ ਕਹਿੰਦੇ ਹਾਂ ਕਿ ਮੈਨੂੰ ਤਾਂ ਆਪਣੇ ਸ਼ਹਿਰ ਵਾਸਤੇ ਇਹ ਚੀਜ਼ ਚਾਹੀਦੀ ਹੈ, ਤਾਂ ਵਾਈ ਵੁਡਨਟ ਦੇ ਡੂ ਫॉर ਇਟ? ਓਬਵੀਅਸਲੀ ਕਰਨਗੇ। ਹਾਂਜੀ ਮੈਮ, ਸੱਤ ਸਮੁੰਦਰੋਂ ਪਾਰ ਟੀਵੀ ਦੇ ਦਰਸ਼ਕਾਂ ਲਈ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਸਭ ਨੂੰ ਇਹੀ ਰਿਕੁਐਸਟ ਕਰਦੀ ਹਾਂ ਕਿ ਗਿਵ ਮੀ ਅ ਚਾਂਸ। ਇੱਕ ਸਿੰਗਲ ਚਾਂਸ ਹੀ ਮੰਗ ਰਹੀ ਹਾਂ।
ਇਹ ਨਹੀਂ ਕਹਿੰਦੇ ਕਿ ਕੋਈ ਤੁਸੀਂ ਜਿਤਾਓ ਤਾਂ ਮੈਂ ਦੂਸਰੀ ਵਾਰ ਇਹ ਕਰੂੰਗੀ, ਕੋਟਲੀ ਸਾਹਿਬ ਮੰਗੂ ਕਿ ਦੂਜਾ ਮੌਕਾ ਜਾਂ ਤੀਸਰੀ ਵਾਰ, ਹੈ ਨਾ। ਇੱਕੋ ਹੀ ਮੌਕਾ ਚਾਹੀਦਾ। ਯੂ ਵਿਲ ਸੀ ਦਾ ਡਿਫਰੈਂਸ, ਯੂ ਵਿਲ ਬੀ ਪ੍ਰਾਊਡ। ਤੁਹਾਨੂੰ ਪ੍ਰਾਊਡ ਹੋਊਗਾ ਆਪਣੇ ਸ਼ਹਿਰ ਦੀ ਬੇਟੀ ਤੇ, ਆਪਣੀ ਸ਼ਹਿਰ ਦੀ ਨੂੰਹ ਤੇ, ਬਿਕੋਜ਼ ਇੰਨਾ ਕੁਛ ਕਰਕੇ ਦਿਖਾਉਣਾ ਆਪਣੇ ਸ਼ਹਿਰ ਵਾਸਤੇ ਜਿਹੜਾ ਅੱਜ ਤੱਕ ਕਿਸੇ ਵੀ ਐਮਐਲਏ ਨੇ ਨਹੀਂ ਕੀਤਾ। ਇੰਨਾ ਵਿਕਾਸ, ਇੰਨੀ ਡਿਵੈਲਪਮੈਂਟ ਕਰਕੇ ਦਿਖਾਉਣੀ ਆ। ਬਿਕੋਜ਼ ਵੋਟ ਇੱਕੋ ਵਾਰ ਮੰਗਣੀ ਹੈ, ਅਗਲੀ ਵੋਟ ਤੁਸੀਂ ਖੁਦ ਕਹਿ ਕੇ ਪਾਉਣੀ ਆ ਕਿ ਤੁਹਾਨੂੰ ਵੋਟ ਪਾਉਣੀ ਆ।